ਕਿਸਾਨ ਜਥੇਬੰਦੀਆਂ ਪੂਰੀ ਤਰ੍ਹਾਂ ਖੁਸ਼ ਨਹੀਂ ਹੈਗੀਆਂ, ਕੀ ਕਾਰਨ ਹੈ? ਖੁਸ਼ੀ ਕਾਦੀ ਹੋਣੀ ਜੀ, ਐਲਾਨ ਕਰੀ ਜਾਂਦੇ ਆ ਸਾਡੇ ਚੰਨੀ ਸਾਹਿਬ। ਇੱਕ ਹਫ਼ਤੇ ਦਾ ਸਮਾਂ ਮੰਗਿਆ ਸੀ ਔਰ ਅੱਜ ਇੱਕ ਹਫ਼ਤੇ ਤੋਂ ਮੈਨੂੰ ਲੱਗਦਾ 1.5 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਆ, ਕਿਉਂ ਚੋਣ ਜਾਬਤਾ ਲੱਗਣੇ ਵਾਲਾ ਆ। ਕਿਤੇ ਨਾ ਕਿਤੇ ਇਹ ਵੀ ਨਾ ਕਿਤੇ ਐਲਾਨ ਹੀ ਰਹਿ ਜਾਵੇ ਕਿ ਤਾਂ 10-15 ਦਿਨ ਦੇ ਵਿੱਚ ਹੋ ਗਿਆ ਤਾਂ ਠੀਕ ਆ, ਨਹੀਂ ਤਾਂ 2-2 ਲੱਖ ਵਾਲੇ ਵੀ ਕਾਫੀ ਕਿਸਾਨ ਮੈਨੂੰ ਤਾਂ ਲੱਗਦਾ ਰਹਿ ਜਾਣਗੇ। ਐਮ ਸਾਹਿਬ ਬੇਵਸ ਬੈਠੇ ਨੇ, ਤੁਸੀਂ ਸਾਨੂੰ ਸਲਾਹ ਦੇ ਦਿਓ, ਤੁਸੀਂ ਦੱਸ ਦਿਓ ਕਿਹੜੇ ਹਿਸਾਬ ਨਾਲ ਅਸੀਂ ਕਰਜ਼ਾ ਮਾਫ ਕਰਨਾ, ਅਸੀਂ ਥੋੜੀ ਦੱਸਣਾ ਆ। ਕੋਈ ਨਹੀਂ, ਬਿਆਨ ਮਾੜੇ ਮੋਟੇ ਬਜ਼ੁਰਗ ਹੋ ਗਏ ਨੇ ਸਾਡੇ, ਹੁਣ ਕਿਸਾਨ ਲੀਡਰ ਕਿਤੇ ਨਾ ਕਿਤੇ ਮਾੜੇ ਮੋਟੇ ਵਾਧਾ ਘਾਟਾ ਹੋ ਜਾਂਦਾ, ਕੋਈ ਏਡੀ ਗੱਲ ਨਹੀਂ, ਸਾਰੇ ਇਕੱਠੇ ਨੇ ਅੱਜ। ਕਿਸਾਨ ਲੀਡਰ ਅਤੇ ਪੰਜਾਬ ਸਰਕਾਰ ਦੀ ਮੀਟਿੰਗ ਖਤਮ ਹੋ ਚੁੱਕੀ ਹੈ। ਚਰਨਜੀਤ ਚੰਨੀ ਮੀਟਿੰਗ 'ਚ ਮੌਜੂਦ ਸੀਗੇ। ਕਿਸਾਨ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੈਗੇ। ਕਿਉਂ ਸੰਤੁਸ਼ਟ ਨਹੀਂ ਹੈਗੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਸਾਡੇ ਨਾਲ ਜੰਗਵੀਰ ਚੌਹਾਨ, ਕਿਸਾਨ ਲੀਡਰ। ਚੌਹਾਨ ਸਾਹਿਬ, ਮੀਟਿੰਗ ਸੀਗੇ, ਕਾਫੀ ਲੰਬੀ ਚਰਚਾ ਹੋਈ, ਕਾਫੀ ਮੁੱਦਿਆਂ ਪਰ ਕਿਸਾਨ ਜਥੇਬੰਦੀਆਂ ਪੂਰੀ ਤਰ੍ਹਾਂ ਖੁਸ਼ ਨਹੀਂ ਹੈਗੀਆਂ, ਕੀ ਕਾਰਨ ਹੈ? ਖੁਸ਼ੀ ਕਾਦੀ ਹੋਣੀ ਜੀ, ਐਲਾਨ ਕਰੀ ਜਾਂਦੇ ਆ ਸਾਡੇ ਚੰਨੀ ਸਾਹਿਬ। ਔਰ ਕਿਉਂਕਿ ਜੋ ਸਰਕਾਰ ਨੇ ਵਾਅਦੇ ਕੀਤੇ ਆ, ਜੋ ਚੋਣ ਮੈਨੀਫੈਸਟੋ 'ਚ ਲਿਖਿਆ ਸੀ, ਅਸੀਂ ਪਿੱਛੇ ਵੀ ਮੀਟਿੰਗ ਕੀਤੀ ਸੀ ਕਿ ਪੂਰਨ ਕਰਜ਼ਾ ਮਾਫੀ ਜਿਹੜੀ ਕਰ ਦਿੱਤੀ ਜਾਵੇ। ਉਹਨਾਂ ਨੇ ਇੱਕ ਹਫ਼ਤੇ ਦਾ ਸਮਾਂ ਮੰਗਿਆ ਸੀ ਔਰ ਅੱਜ ਇੱਕ ਹਫ਼ਤੇ ਤੋਂ ਮੈਨੂੰ ਲੱਗਦਾ 1.5 ਮਹੀਨੇ ਤੋਂ ਉੱਪਰ ਸਮਾਂ ਹੋ ਗਿਆ ਆ, ਕਿਉਂਕਿ ਅਸੀਂ ਦਿੱਲੀ ਉਲਝੇ ਹੋਏ ਸੀ। ਅੱਜ ਵਿਹਲੇ ਹੋ ਕੇ ਅੱਜ ਮੀਟਿੰਗ ਰੱਖੀ ਹੈ ਔਰ ਗੱਲ ਕੀਤੀ ਆ, ਪਰ ਕਿਤੇ ਨਾ ਕਿਤੇ ਸਰਕਾਰ ਬੇਵਸ ਦਿਖਾਈ ਦੇ ਰਹੀ ਸੀ। ਪਰ ਸੋਚਣਾ ਤਾਂ ਸਰਕਾਰ ਨੇ ਹੈ ਕਿ ਕਿਸ ਤਰ੍ਹਾਂ ਪੂਰਨ ਕਰਜ਼ਾ ਮਾਫੀ ਅਸੀਂ ਕਰਨੀ ਆ। ਪਰ ਉਹਨਾਂ ਨੇ ਅੱਜ 2 ਲੱਖ ਤੱਕ ਦੀ ਗੱਲ ਕੀਤੀ ਹੈ ਕਿ 5 ਕਿੱਲਿਆਂ ਦਾ ਜਿਹੜਾ 2 ਲੱਖ ਤੱਕ ਅਸੀਂ ਕਰਜ਼ਾ ਮਾਫ ਕਰਾਂਗੇ। ਉਹਦੇ ਵਿੱਚ ਸ਼ਾਹੂਕਾਰਾਂ ਦਾ ਕਰਜ਼ਾ ਨਹੀਂ ਮਾਫ ਕਰਾਂਗੇ, ਆਪਾਂ ਆੜਤੀਆਂ ਦਾ ਕਰਜ਼ਾ ਨਹੀਂ ਮਾਫ ਕਰਾਂਗੇ, ਬਾਕੀ ਸਹਿਕਾਰੀ ਬੈਂਕਾਂ ਦਾ ਤਾਂ ਦੂਜੀਆਂ ਬੈਂਕਾਂ ਦਾ ਅਸੀਂ ਮਾਫ ਕਰ ਦਾਂਗੇ। ਇੱਥੇ ਤੱਕ ਗੱਲ ਹੋਈ ਹੈ। ਮੈਨੂੰ ਤਾਂ ਲੱਗਦਾ ਵੀ ਚੋਣ ਜਾਬਤਾ ਲੱਗਣੇ ਵਾਲਾ ਆ, ਕਿਤੇ ਨਾ ਕਿਤੇ ਇਹ ਵੀ ਨਾ ਕਿਤੇ ਐਲਾਨ ਹੀ ਰਹਿ ਜਾਵੇ ਕਿ ਤਾਂ 10-15 ਦਿਨ ਦੇ ਵਿੱਚ ਹੋ ਗਿਆ ਤਾਂ ਠੀਕ ਆ, ਨਹੀਂ ਤਾਂ 2-2 ਲੱਖ ਵਾਲੇ ਵੀ ਕਾਫੀ ਕਿਸਾਨ ਮੈਨੂੰ ਤਾਂ ਲੱਗਦਾ ਰਹਿ ਜਾਣਗੇ। ਪਰ 2-2 ਲੱਖ ਤੇ ਜਿਹੜੇ ਅਸੀਂ ਸੰਤੁਸ਼ਟ ਨਹੀਂ ਹੈਗੇ। ਪੂਰਨ ਕਰਜ਼ਾ ਮਾਫੀ ਦੀ ਗੱਲ ਅਸੀਂ ਲੈ ਕੇ ਤੁਰੇ ਸੀ। ਅਸੀਂ ਤਾਂ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਪੂਰੀ ਲੀਕ ਮਾਰ ਦਿੱਤੀ ਜਾਵੇ, ਕਿਸਾਨਾਂ ਨੂੰ ਪੂਰਾ ਕਰਜ਼ਾ ਮੁਕਤੀ ਦੇ ਦਿੱਤੀ ਜਾਵੇ। ਗੱਲ ਤੇ ਕੀ ਕਿਹਾ ਫਿਰ ਸੀਐਮ ਨੇ, ਮੁੱਖ ਮੰਤਰੀ ਨੇ ਕੀ ਕਿਹਾ? ਸੀਐਮ ਸਾਹਿਬ ਬੇਵਸ ਬੈਠੇ ਨੇ, ਤੁਸੀਂ ਸਾਨੂੰ ਸਲਾਹ ਦੇ ਦਿਓ, ਤੁਸੀਂ ਦੱਸ ਦਿਓ ਕਿਹੜੇ ਹਿਸਾਬ ਨਾਲ ਅਸੀਂ ਕਰਜ਼ਾ ਮਾਫ ਕਰਨਾ, ਅਸੀਂ ਥੋੜੀ ਦੱਸਣਾ ਆ। ਇਹ ਤਾਂ ਤੁਹਾਡੀ ਸਰਕਾਰ ਨੇ ਚੋਣ ਮੈਨੀਫੈਸਟੋ ਜਦੋਂ ਜਾਰੀ ਕੀਤਾ ਸੀ, ਤੁਸੀਂ ਲਿਖਿਆ ਸੀ, ਵਾਅਦੇ ਤੁਸੀਂ ਕੀਤੇ ਸੀ, ਕੁਰਸੀ ਵੀ ਉਹੀ ਆ, ਸਰਕਾਰ ਵੀ ਉਹੀ ਆ, ਮੰਤਰੀ ਵੀ ਉਹੀ ਆ, ਤਾਂ ਉਹਨਾਂ ਨੇ ਦੇਖਣਾ, ਅਸੀਂ ਥੋੜੀ ਕਿਸਾਨ ਜਥੇਬੰਦੀਆਂ ਨੇ ਦੇਖਣਾ। ਇਹ ਉੱਥੇ ਬੇਵਸ ਸੀਗੇ। ਔਰ ਦੂਜਾ ਜਿਹੜਾ ਸਾਡਾ ਇੱਕ ਗੰਨੇ ਦਾ ਮਸਲਾ ਸੀ, ਉਹਦੇ ਵਿੱਚ 325 ਤੇ ਪਲੱਸ 35 ਦਾ 360 ਰੁਪਏ ਕਾਊਂਟਰ ਪੇਮੈਂਟ ਲੈਣ ਦੀ ਗੱਲ ਕੀਤੀ ਸੀ। ਚੰਨੀ ਸਾਹਿਬ ਨੇ ਪਿਛਲੀ ਮੀਟਿੰਗ 'ਚ ਕਿਹਾ ਸੀ ਕਿ ਅਸੀਂ ਮਿੱਲਾਂ ਵਾਲਿਆਂ ਨੂੰ ਬੁਲਾ ਕੇ ਇਹਦਾ ਹੱਲ ਕੱਢ ਲਾਂਗੇ, ਪਰ ਉਹ ਹੱਲ ਵੀ ਨਹੀਂ ਕੱਢਿਆ। ਉਹ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਇਹ ਮਿੱਲਾਂ ਵਾਲਿਆਂ ਨੂੰ ਫਾਇਦਾ ਦੇਣ ਦੀ ਗੱਲ ਕਰਦੇ ਆ, ਕਿਉਂਕਿ ਉਹ ਸਰਕਾਰਾਂ ਜਿਹੜੀਆਂ ਕੋਆਪਰੇਟ ਲੋਕ ਨੇ ਜਿਹੜੇ ਆ, ਉਹ ਸਰਕਾਰਾਂ ਜਦੋਂ ਬਣਦੀਆਂ ਉਹਨਾਂ ਦੀ ਮਦਦ ਕਰਦੇ ਨੇ, ਤਾਂ ਕਿਤੇ ਨਾ ਕਿਤੇ ਯਾਰ ਇਹ ਹੋ ਰਿਹਾ ਵੀ ਕਿਸਾਨਾਂ ਦੀ ਬਾਹ ਫੜਨ ਵਾਸਤੇ ਕੋਈ ਸਰਕਾਰ ਤਿਆਰ ਨਹੀਂ ਹੈਗੀ। ਉਹ ਜਿਹੜੀ ਸਬਸਿਡੀ ਆ ਉਹ ਕਿਸਾਨਾਂ ਦੇ ਖਾਤਿਆਂ 'ਚ ਪਾ ਰਹੇ ਆ, ਜਦ ਕਿ ਜਿਹੜੀ ਰਾਹਤ ਆ ਉਹ ਮਿੱਲਾਂ ਵਾਲਿਆਂ ਨੂੰ ਦਿੱਤੀ ਆ, ਕਿਸਾਨਾਂ ਨੂੰ ਨਹੀਂ ਦਿੱਤੀ। ਅਸੀਂ 4-5 ਦਿਨ ਧੰਨੋਵਾਲੀ ਫਾਟਕ ਜਲੰਧਰ ਧਰਨਾ ਲਾਇਆ ਸੀ, ਤਾਂ 360 ਰੁਪਏ ਕੈਪਟਨ ਸਾਹਿਬ ਤੋਂ ਅਸੀਂ ਰੇਟ ਲਿਆ ਸੀ। ਔਰ ਅੱਜ ਕਿਤੇ ਨਾ ਕਿਤੇ ਫਿਰ ਉਹ ਵਿਤਕਰਾ ਹੋਇਆ ਸਾਡੇ ਨਾਲ। ਉਹਦੇ ਬਾਰੇ ਵੀ ਉਹਨਾਂ ਨੇ ਕਿਹਾ ਵੀ ਅਸੀਂ ਦੁਬਾਰਾ ਮੀਟਿੰਗ ਬੁਲਾ ਕੇ ਫਿਰ ਸਲਾਹ ਕਰਾਂਗੇ। ਕੋਈ ਵੀ ਮਸਲਾ ਪੂਰਨ ਰੂਪ ਦੇ ਵਿੱਚ ਹੱਲ ਨਹੀਂ ਹੋਇਆ। ਗ੍ਰਾਂਟ ਸਾਹਿਬ ਵੀ ਪਹਿਲਾਂ ਮੀਟਿੰਗ ਕਰਕੇ, ਵੱਖਰੀ ਮੀਟਿੰਗ ਕਰਕੇ, ਤੁਹਾਡੀ ਮੀਟਿੰਗ ਵੱਖਰੀ ਹੋਈ ਹੈ, ਉਹਨਾਂ ਨਾਲ ਰਾਬਤਾ ਨਹੀਂ ਕਾਇਮ ਕੀਤਾ ਗਿਆ ਵੀ ਤੁਸੀਂ ਆ ਕੇ ਵੀ ਸਾਡੇ ਨਾਲ ਸ਼ਾਮਿਲ ਹੋ ਜਾਓ ਮੀਟਿੰਗ 'ਚ? ਦੇਖੋ, ਸਰਕਾਰ ਨੇ ਬੁਲਾਉਣਾ ਹੁੰਦਾ, ਕਿਉਂਕਿ ਸਾਡੀਆਂ 32 ਕਿਸਾਨ ਜਥੇਬੰਦੀਆਂ ਤੋਂ ਬਾਹਰ ਨੇ। ਉਹ ਅੱਗੇ ਵੀ ਇਹ ਵੱਖਰੀ ਮੀਟਿੰਗ ਕਰਦੇ ਆ। ਵੈਸੇ ਉਹਨਾਂ ਨੂੰ ਅੱਜ ਕੀ ਕਹਿ ਦਿੱਤਾ ਆਪਾਂ ਕਿ ਜੇ ਕਿਸਾਨੀ ਦੇ ਮਸਲੇ ਇੱਕ ਨੇ, ਕਿਸਾਨ ਯੂਨੀਅਨਾਂ ਵੱਖਰੀਆਂ, ਤੁਸੀਂ ਇੱਕ ਪਲੇਟਫਾਰਮ ਤੇ ਸੱਦ ਕੇ ਇੱਕ ਸਮਾਂ ਦੇ ਕੇ, ਇੱਕ ਤਰੀਕ ਦੇ ਕੇ ਤੁਸੀਂ ਇਕੱਠੀ ਮੀਟਿੰਗ ਬੁਲਾ ਲਿਆ ਕਰੋ। ਉਹਦੇ ਬਾਰੇ ਅੱਜ ਸੀਐਮ ਸਾਹਿਬ ਨੂੰ ਕਹਿ ਦਿੱਤਾ। ਫਿਰ ਉਹਨਾਂ ਨੇ ਕੀ ਕਿਹਾਗਾ? ਹਾਂ, ਉਹਨਾਂ ਨੇ ਕਿਹਾ ਕਿ ਆਉਣ ਵਾਲੀਆਂ ਜਦੋਂ ਵੀ ਮੀਟਿੰਗ ਹੋਏਗੀ ਆਪਾਂ ਇਕੱਠੇ ਬੈਠ ਕੇ ਸਾਰਿਆਂ ਦੀ ਮੀਟਿੰਗ ਬੁਲਾ ਲਾਂਗੇ। ਪਿਛਲੇ ਦਿਨ ਕਾਫੀ ਬਿਆਨ ਵੀ ਆਏ ਸੀਗੇ ਡੱਲੇਵਾਲ ਸਾਹਿਬ ਵੱਲੋਂ, ਉਧਰੋਂ ਰਾਜੇਵਾਲ ਸਾਹਿਬ ਵੱਲੋਂ ਵੀ ਕਾਫੀ ਬਿਆਨ ਆਏ, ਕਾਫੀ ਗੱਲਾਂ ਹੋਈਆਂ ਹੈਗੀਆਂ, ਤੇ ਅੱਜ ਡੱਲੇਵਾਲ ਸਾਹਿਬ ਮੀਟਿੰਗ 'ਚ ਮੌਜੂਦ ਸੀ। ਕੀ ਸਾਰੇ ਡਿਫਰੈਂਸਿਸ ਜਿਹੜੇ ਹੈਗੇ ਆ ਉਹ ਠੀਕ ਕਰ ਲਏ ਗਏ ਨੇ? ਕੀ ਸਹਿਮਤੀ ਬਣੀ ਆ ਹੁਣ ਬਿਆਨਾਂ ਉੱਤੇ? ਉਹਨੇ ਕੋਈ ਨਹੀਂ, ਬਿਆਨ ਮਾੜੇ ਮੋਟੇ ਬਜ਼ੁਰਗ ਹੋ ਗਏ ਨੇ ਸਾਡੇ, ਹੁਣ ਕਿਸਾਨ ਲੀਡਰ ਕਿਤੇ ਨਾ ਕਿਤੇ ਮਾੜੇ ਮੋਟੇ ਵਾਧਾ ਘਾਟਾ ਹੋ ਜਾਂਦਾ, ਕੋਈ ਏਡੀ ਗੱਲ ਨਹੀਂ, ਸਾਰੇ ਇਕੱਠੇ ਨੇ ਅੱਜ। ਜਿਸ ਤਰ੍ਹਾਂ ਸਾਰੇ ਅੰਦਰੋਂ ਵੀ ਇਕੱਠੇ ਆ, ਗੱਲਬਾਤ ਵੀ ਇਕੱਠੀ ਹੋਈ ਆ, ਇੱਕ ਮਤ ਵੀ ਇਕੱਠਾ, ਵਿਚਾਰ ਵੀ ਇਕੱਠਾ, ਸਾਰਿਆਂ ਦੀ ਸਹਿਮਤੀ ਵੀ ਸੀ। ਉਹ ਕਿਤੇ ਨਾ ਕਿਤੇ ਮਾੜੇ ਮੋਟੇ ਦੇਖੋ ਘਰਾਂ ਦੇ ਵਿੱਚ ਵੀ ਊਚ ਨੀਚ ਹੋ ਹੀ ਜਾਂਦੀ ਆ, ਉਹ ਇਸ ਤਰ੍ਹਾਂ ਦੇ ਬਿਆਨ ਥੋੜੇ ਜਿਹਾ ਹੋ ਗਿਆ ਸੀ। ਕੋਈ ਗੱਲ ਨਹੀਂ, ਹੁਣ ਅਸੀਂ ਸਾਰਾ ਕੁਝ ਸਮੇਟ ਲਿਆ, ਉਹ ਹੱਲ ਕੱਢ ਲਿਆ ਸੀ। ਕਹਿੰਦੇ ਹੁਣ ਬਿਆਨਬਾਜ਼ੀ ਦਿਆ ਨਹੀਂ ਕਰਨੇ, ਕਿਸੇ ਨੇ ਬਿਆਨ ਨਹੀਂ ਦਿਆ ਕਰਨੇ ਕੋਈ ਵੀ। ਬਿਲਕੁਲ ਜੀ, ਦੇਣੇ ਨਹੀਂ ਚਾਹੀਦੇ। ਇਸ ਤਰ੍ਹਾਂ ਜੇ ਇੱਕ ਦੂਏ ਦੇ ਉਲਟ ਬਿਆਨ ਦਵਾਂਗੇ ਤਾਂ ਏਡੀ ਵੱਡੀ ਜੰਗ ਜਿੱਤੀ ਆ, ਲੋਕਾਂ 'ਚ ਨਿਰਾਸ਼ਤਾ ਆਊਗੀ, ਕਿਉਂਕਿ ਇਹ ਵੱਡਾ ਇਤਿਹਾਸ ਬਣਾਇਆ। ਜਦੋਂ ਇਹੋ ਜਿਹੀ ਬਿਆਨਬਾਜ਼ੀ ਕਰਾਂਗੇ ਤਾਂ ਲੋਕਾਂ 'ਚ ਨਿਰਾਸ਼ਤਾ ਆਊਗੀ, ਕਿਉਂਕਿ ਆਪਸ ਵਿੱਚ ਅਸੀਂ ਵੱਖਰੇ ਹੋਵਾਂਗੇ ਤਾਂ ਲੋਕ ਨਿਰਾਸ਼ ਹੋਣਗੇ। ਤੁਹਾਨੂੰ ਲੱਗਦਾ ਵੀ ਸਰਕਾਰ ਲਮਕਾ ਰਹੀ ਹੈ ਤੁਹਾਡੇ ਸਾਰੀਆਂ ਮੰਗਾਂ ਨੂੰ? ਸਰਕਾਰ ਤਾਂ ਟਾਈਮ ਟਪਾ ਰਹੀ ਆ ਜੀ। ਉਹਦੇ ਦੇਖਦੀ ਆ ਵੀ ਚੋਣ ਜਾਬਤਾ ਕਦੋਂ ਲੱਗਦਾ ਆ, ਕਦੋਂ ਚੋਣ ਜਾਬਤਾ ਲੱਗਦਾ ਤੇ ਕਦੋਂ ਅਸੀਂ ਇਹ ਤੋਂ ਸੁਰਖਰੂ ਹੁੰਦੇ ਆ। ਸਰਕਾਰ ਤਾਂ ਬਿਲਕੁਲ ਟਾਈਮ ਟਪਾ ਰਹੀ ਆ।
ਤੇ ਕਿਸਾਨਾਂ ਦੀ ਮੰਗਾਂ ਤੋਂ ਇਲਾਵਾ ਹੋਰ ਵੀ ਕੋਈ ਮੰਗ ਰੱਖੀ ਗਈ ਕਿਵੇਂ ਆਮ ਕਿਉਂਕਿ ਹੋਰ ਵੀ ਵਰਗ ਜਿਹੜੇ ਹੈਗੇ ਹੋਰ ਵੀ ਬੰਦੇ ਤੁਹਾਡੇ ਕੋਲ ਬਹੁਤ ਆਏ ਨੇ ਮੰਗਾਂ ਲੈ ਕੇ ਵੀ ਸਾਡੇ ਮੁੱਦੇ ਵੀ ਚੱਕੋ ਤਾਂ ਉਹ ਜਿਹਾ ਕੋਈ ਮੁੱਦਾ ਚੱਕਿਆ ਗਿਆ ਅੰਦਰ? ਉਹ ਕਾਫੀ ਸੀਗੇ ਜੀ। ਇੱਕ ਦੁੱਧ ਦੇ ਮਸਲੇ ਸੀਗੇ, ਇੱਕ ਲੱਕੜ ਦਾ ਮੰਡੀ ਦਾ ਮਸਲਾ ਸੀਗਾ, ਹੋਰ ਜ਼ਮੀਨਾਂ ਨੂੰ ਜਿਹੜਾ ਅਕਵਾਇਰ ਕਰਨ ਦਾ ਮਸਲਾ ਸੀ, ਉਹ ਘੱਟ ਕੀਮਤ ਦੇ ਰਹੀਆਂ, ਜਿਹੜੇ ਉਹ ਆਪਣੇ ਰੋਡ ਕੱਢ ਰਹੇ ਆ, ਬਹੁਤ ਸਾਰੇ ਮਸਲੇ ਸੀ। 17-18 ਮਸਲੇ ਸੀ, ਉਹ ਕਿਤੇ ਨਾ ਕਿਤੇ ਬਸ ਹਾਂ ਹੂੰ ਦੇ ਵਿੱਚ ਹੀ ਕੰਮ ਹੋਇਆ। ਤੇ ਰਾਜਨੀਤੀ ਬਾਰੇ ਕੀ ਸੋਚਿਆ ਜਾ ਰਿਹਾ? ਜਥੇਬੰਦੀਆਂ ਕੀ ਰਾਜਨੀਤੀ ਚ ਆਉਣਗੀਆਂ? ਕੀ ਉਹਦੇ ਤੇ ਸਲਾਹ ਮਸ਼ਵਰਾ ਚੱਲ ਰਿਹਾ? ਮੀਟਿੰਗ ਹੋ ਰਹੀ ਹੈ, ਮੀਟਿੰਗ ਹੋ ਰਹੀ ਹੈ, ਕੀ ਬਣ ਰਹੀ ਹੈ ਰਾਏ? ਹਾਲੇ ਫਾਈਨਲ ਵਿਚਾਰ ਨਹੀਂ ਹੋਇਆ, ਵਿਚਾਰਾਂ ਚੱਲ ਰਹੀਆਂ ਆ, ਆਉਣ ਵਾਲੇ ਸਮੇਂ ਦੇ ਵਿੱਚ ਕਲੀਅਰ ਕਰਾਂਗੇ ਜਦੋਂ ਸਾਰਿਆਂ ਦਾ ਮਤ ਇੱਕ ਹੋ ਕਿੰਨੇ ਗਿਆ। ਜਾਣੇ ਇੱਛੁਕ ਨੇ ਜੇ ਐਂ ਪੁੱਛ ਲਿਆ ਜਾਵੇ ਸਰਸਰੀ ਤੌਰ ਤੇ ਕਿੰਨੇ ਕੁ ਜਾਣੇ ਕਹਿ ਰਹੇ ਵੀ ਹਾਂਜੀ ਆਉਣਾ ਚਾਹੀਦਾ? ਤੁਹਾਨੂੰ ਲੱਗਦਾ ਵੀ ਆਉਣਾ ਚਾਹੀਦਾ? ਇਹਨਾਂ ਦੇ ਵਿੱਚੋਂ 2-4 ਜਣੇ ਜਿਹੜੇ ਇਹ ਗੱਲ ਦੇ ਖਿਲਾਫ ਆ ਵੀ ਨਹੀਂ ਆਉਣਾ ਚਾਹੀਦਾ, ਬਾਕੀ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਹਿਮਤੀ ਆ, ਪਰ ਸਾਰੇ ਬੈਠ ਕੇ ਇਕਮਤ ਹੋ ਕੇ ਫਿਰ ਇਹਦੇ ਬਾਰੇ ਵਿਚਾਰ ਕਰਾਂਗੇ। ਇੱਕ ਆਖਰੀ ਸਵਾਲ, ਇੱਕ ਮੁੱਦਾ ਹੈ ਐਨਆਰਆਈ ਦਾ। ਐਨਆਰਆਈ ਜਿਹੜੇ ਬੰਦੇ ਆਉਂਦੇ ਰਹੇ, ਸ਼ਮੂਲੀਅਤ ਕਰਦੇ ਰਹੇ ਮੋਰਚੇ 'ਚ, ਧਰਨੇ 'ਚ, ਉਹਨਾਂ ਦੇ ਵੀਜ਼ਿਆਂ 'ਚ ਬਹੁਤ ਦਿੱਕਤਾਂ ਆ ਰਹੀਆਂ ਨੇ। ਉਹਨਾਂ ਨੂੰ ਬਲੈਕਲਿਸਟ ਵੀ ਕਰ ਦਿੱਤਾ ਗਿਆ। ਜੇ ਕਿਸੇ 10-10 5-5 ਸਾਲਾਂ ਸੀ ਉਹਨਾਂ ਵੀਜ਼ੇ ਵੀ ਕਰਟੇਲ ਕਰਤੇ ਗਏ। ਕਿ ਇਹ ਜੀ ਮੰਗ ਵੀ ਆਪਾਂ ਚੱਕਾਂਗੇ? ਉਹਨਾਂ ਨੂੰ ਦਿੱਕਤ ਆ ਰਹੀ ਆ ਆਉਣ ਵਾਲੀ। ਕਾਲੀਆਂ ਸੂਚੀਆਂ ਦੀ ਵੀ ਗੱਲ ਹੋਈ, ਐਨਆਈਏ ਦੇ ਨੋਟਿਸ ਦੀ ਵੀ ਗੱਲ ਹੋ ਗਈ, ਡੀਆਈਜੀ ਸਾਹਿਬ ਨੂੰ ਸੱਦਿਆ ਸੀ। ਪੂਰਨ ਜਿੰਨੇ ਵੀ ਜਿਹੜੇ ਕੇਸ ਹੋਏ ਆ ਸਾਰਿਆਂ ਨੂੰ ਰੱਦ ਕਰ ਦੇਣਾ। ਇੱਕ ਹਫ਼ਤੇ ਦੇ ਵਿੱਚ ਪ੍ਰੋਸੈਸ ਹੋਣੇ ਵਾਲਾ। ਸੈਂਟਰ ਤੋਂ ਨਹੀਂ ਹੋਣਾ ਹੈਗਾ? ਉਹ ਸੈਂਟਰ ਨਾਲ ਗੱਲ ਕਰਨਗੇ ਜੀ, ਪੰਜਾਬ ਸਰਕਾਰ ਸੈਂਟਰ ਨਾਲ ਗੱਲ ਕਰੂ। ਸੈਂਟਰ ਦੇ ਐਚਐਮ ਨਾਲ ਵੀ ਗੱਲ ਹੋ ਗਈ ਸੀ, ਉਹ ਵੀ ਕਰ ਰਹੇ ਆ, ਉਹਨਾਂ ਨੂੰ ਵੀ ਕਹਿ ਦਿੱਤਾ ਹੈ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ। ਤਾਂ ਇਹ ਸੀਗੇ ਚੌਹਾਨ ਸਾਹਿਬ, ਕਿਸਾਨੀ ਲੀਡਰ, ਜਿਨ੍ਹਾਂ ਨੇ ਸਿੱਧੇ ਲਫ਼ਜ਼ਾਂ 'ਚ ਕਿਹਾ ਵੀ ਸਰਕਾਰ ਹਜੇ ਟਾਲ ਮਟੋਲ ਕਰ ਰਹੀ ਹੈ, ਉਹਨਾਂ ਨੇ ਲਮਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜੋ ਸਾਡੀਆਂ ਮੰਗਾਂ ਸੀ ਉਹ ਜੋ ਇੱਕ ਅੱਧੀ ਜਾਂ ਦੋ ਮੰਗਾਂ ਮੰਨੀਆਂ ਜਾ ਰਹੀਆਂ ਨੇ, ਪਰ ਜਿਹੜਾ ਇੱਕ ਲੀਕ ਮਾਰਨ ਦੀ ਗੱਲ ਹੋਈ ਸੀ ਪੂਰਾ ਕਰਜ਼ਾ ਮਾਫ ਕਰ ਦਿਓ, ਉਹ ਗੱਲ ਹਜੇ ਤੱਕ ਸਰਕਾਰ ਨੇ ਨਹੀਂ ਮੰਨੀ। ਉਹਦੇ ਵਾਸਤੇ ਹਜੇ ਹੋਰ ਟਾਈਮ ਮੰਗਿਆ। ਇੱਕ ਉਸ ਤੋਂ ਵੀ ਜ਼ਰੂਰੀ ਗੱਲ ਇਹ ਹੈ ਵੀ ਕਿਸਾਨ ਜਥੇਬੰਦੀਆਂ 'ਚ ਹੁਣ ਸਹਿਮਤੀ ਬਣਦੀ ਨਜ਼ਰ ਆ ਰਹੀ ਹੈ ਵੀ ਉਹ ਸ਼ਾਇਦ ਰਾਜਨੀਤੀ 'ਚ ਆਉਣਗੇ, ਕਿਉਂਕਿ ਜਿਵੇਂ ਚੌਹਾਨ ਸਾਹਿਬ ਨੇ ਕਿਹਾ ਹੈਗਾ ਵੀ ਆਉਣ ਵਾਲੇ ਸਮੇਂ 'ਚ ਅਸੀਂ ਇਸ ਦਾ ਵੀ ਐਲਾਨ ਕਰ ਸਕਦੇ ਹਾਂ, ਕਿਉਂਕਿ ਬਹੁਤ ਸਾਰੀ ਜਿਹੜੀ ਜਥੇਬੰਦੀਆਂ ਉਹਨਾਂ ਸਹਿਮਤੀ ਬਣ ਗਈ ਹੈ। ਇੱਕ ਦੋ ਜਥੇਬੰਦੀਆਂ ਉਹ ਹਜੇ ਵੀ ਇਤਰਾਜ਼ ਕਰ ਰਹੀਆਂ ਇਸ ਗੱਲ ਉੱਤੇ। ਪੰਜਾਬ ਭਵਨ ਤੋਂ ਕੈਮਰਾਮੈਨ ਸ਼ਮਸ਼ੇਰ ਸਿੰਘ ਨਾਲ ਮੈਂ ਸ਼ੁਭਕਰਮਨ ਧਾਲੀਵਾਲ, ਪ੍ਰੋ ਪੰਜਾਬ ਟੀਵੀ।